ਦੁਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਗੁਰ ਵਡਭਾਗੀ ਪਾਇਆ ਐਸਾ, ਗੁਰ ਵਡਭਾਗੀ ਪਾਇਆ। ਗੁਰ ਵਡਭਾਗੀ ਪਾਇਆ ਐਸਾ, ਗੁਰ ਵਡਭਾਗੀ ਪਾਇਆ। ਭੂਲੇ ਮਾਰਗ ਜਿਨੈ ਬਤਾਇਆ, ਭੂਲੇ ਮਾਰਗ ਜਿਨੈ ਬਤਾਇਆ। ਐਸਾ ਗੁਰ ਵਡਭਾਗੀ ਪਾਇਆ, ਐਸਾ ਗੁਰ ਵਡਭਾਗੀ ਪਾਇਆ। ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਵਾਹ 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 ਵਾਹ। ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ। ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ। ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਕਲ ਯੁਗ ਬਾਬੇ ਤਾਰਿਆ, ਕਲ ਯੁਗ ਬਾਬੇ ਤਾਰਿਆ। ਕਲ ਯੁਗ ਬਾਬੇ ਤਾਰਿਆ, ਕਲ ਯੁਗ ਬਾਬੇ ਤਾਰਿਆ। ਸਤਿਨਾਮ ਪੜ੍ਹ ਮੰਤਰ ਸੁਣਾਇਆ, ਸਤਿਨਾਮ ਪੜ੍ਹ ਮੰਤਰ ਸੁਣਾਇਆ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਵੇਂ ਨਾਨਕ ਧਰਮ ਰੱਖਿਅਕ ਸਤਿਗੁਰੂ, ਧਰਮਾਂ ਦੀ ਸੁਤੰਤਰਤਾ ਦੇ ਹਾਮੀ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਸਥਾਨ, ਮਹਾਨ ਪਵਿੱਤਰ ਮਹਿਮਾਮਈ ਸਥਾਨ, ਜਿਸ ਅਸਥਾਨ ਦੀ ਮਹਿਮਾ ਬਿਆਨ ਤੋਂ ਪਰੇ ਹੈ।
ਹਜ਼ੂਰ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ, ਸਵਾਮੀ ਜੀ ਦੇ ਸਮਰਪਿਤ ਸਿੱਖਾਂ ਦੇ ਚਰਨ ਛੋਹ ਪ੍ਰਾਪਤ ਅਸਥਾਨ, ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਜੀ ਦੀ ਯਾਤਰਾ ਕਰ ਰਹੇ, ਹਾਜ਼ਰੀਆਂ ਭਰ ਰਹੇ ਅਤੇ PTC ਸਿਮਰਨ ਰਾਹੀਂ ਇਸ ਅਸਥਾਨ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਵਡਭਾਗੀ ਗੁਰੂ ਪਿਆਰਿਓ, ਅਸ਼ਟਪਦੀ ਨੰਬਰ 19 ਦਾ ਇਹ ਸ਼ਲੋਕ ਤੇ ਨਾਲ 2 ਪੌੜੀਆਂ ਦਾ ਪਾਠ ਸਿੰਘ ਸਾਹਿਬ ਮਾਨਯੋਗ ਸਨਮਾਨਯੋਗ ਪੰਥ ਦੇ ਮਹਾਨ ਵਿਦਵਾਨ ਗਿਆਨੀ ਹਰਨਾਮ ਸਿੰਘ ਖਾਲਸਾ ਜੀ ਕੋਲੋਂ ਆਪ ਜੀ ਨੇ ਸਰਵਣ ਕੀਤਾ। ਜਿਹੜੇ ਅਸ਼ਟਪਦੀ ਦੇ 8 ਬੰਦ ਹੁੰਦੇ ਨੇ, 8 ਪੌੜੀਆਂ ਹੁੰਦੀਆਂ ਨੇ, ਉਹ ਸ਼ਲੋਕ ਦੀ ਵਿਆਖਿਆ ਹੁੰਦੀਆਂ ਨੇ। 8 ਬੰਦਾਂ ਦਾ ਜਿਹੜਾ ਕੇਂਦਰੀ ਭਾਵ ਹੈ, ਸੈਂਟਰਲ ਆਈਡੀਆ, ਉਹ ਸ਼ਲੋਕ ਵਿੱਚ ਹੁੰਦਾ ਹੈ। ਤੇ ਅੱਜ ਦਾ ਸ਼ਲੋਕ ਹੈ ਗੁਰੂ ਅਰਜਨ ਦੇਵ ਮਹਾਰਾਜ ਪਿਤਾ ਫਰਮਾਉਂਦੇ ਨੇ, ਸਾਥ ਨਾ ਚਾਲੈ ਬਿਨ ਭਜਨ, ਭਜਨ ਤੋਂ ਬਿਨਾਂ, ਚੰਗੇ ਕਰਮਾਂ ਤੋਂ ਬਿਨਾਂ, ਪਰਮਾਤਮਾ ਦੀ ਇਬਾਦਤ ਤੋਂ ਬਿਨਾਂ ਕੁਛ ਵੀ ਤੇਰੇ ਸਾਥ ਨਹੀਂ ਜਾਣਾ। ਇਹਦਾ ਅਰਥ ਹੈ ਵੀ ਸਾਥ ਜਾਂਦਾ ਹੈ। ਇਹ ਗੱਲ ਕਹਿਣਾ ਵੀ ਬੰਦੇ ਨਾਲ ਕੁਝ ਜਾਂਦਾ ਹੀ ਨਹੀਂ, ਇਹ ਗਲਤ ਹੈ। ਮੈਂ ਸ਼ਾਇਦ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ, ਜੇ ਮੈਂ ਦੁਹਰਾ ਰਿਹਾ ਹੋਵਾਂ ਤਾਂ ਮੈਨੂੰ ਖਿਮਾ ਕਰਿਓ। ਬਾਬਾ ਨਾਨਕ ਸਾਹਿਬ ਦੁਨੀ ਚੰਦ ਨੂੰ ਕਹਿਣ ਲੱਗੇ, ਦੁਨੀ ਚੰਦਾ ਲਾਹੌਰ ਦੇ ਰਹਿਣ ਵਾਲਾ ਜਿਹੜਾ ਸੀ, ਬੰਦੇ ਦੇ 3 ਸਾਥੀ ਨੇ। ਬੰਦਾ 3 ਚੀਜ਼ਾਂ ਨੂੰ ਆਪਣਾ ਸੰਗੀ ਸਮਝਦਾ ਹੈ, ਸਾਥੀ ਸਮਝਦਾ ਹੈ। ਪਹਿਲਾ ਹੈ ਮਾਇਆ, ਇਹਨੂੰ ਇਹ ਪੱਕਾ ਸਾਥੀ ਮੰਨਦਾ ਹੈ, ਹਾਲਾਂਕਿ ਇਹਦੇ ਵਰਗਾ ਝੂਠਾ ਸਾਥੀ ਕੋਈ ਵੀ ਨਹੀਂ ਹੈ। ਦੂਸਰਾ ਹੈ ਧੀਆਂ ਪੁੱਤਰ। ਜਿਹੜੀ ਮਾਇਆ ਹੈ, ਦੁਨੀ ਚੰਦਾ ਸਰੀਰ ਛੱਡਦਿਆਂ ਹੀ ਬੰਦੇ ਦਾ ਇੱਕ ਛਿਨ ਵਿੱਚ ਹੀ ਤਿਆਗ ਕਰ ਦਿੰਦੀ। ਮਾਇਆ ਦੇ ਦੂਸਰੇ ਹੋਣ ਦੇ ਵਿੱਚ ਦੇਰ ਲੱਗਦੀ ਹੈ, ਦੂਸਰੇ ਦੀ ਹੋਣ ਵਿੱਚ। ਇੱਧਰ ਸਵਾਸ ਨਿਕਲੇ ਨਹੀਂ ਤੇ ਦੂਸਰੇ ਦੀ। ਦੂਸਰਾ ਹੈ ਬੰਦੇ ਦੇ ਧੀਆਂ ਪੁੱਤਰ, ਸਕੇ ਸੰਬੰਧੀ, ਦੁਨੀ ਚੰਦਾ। ਉਹ ਕੇਵਲ ਸ਼ਮਸ਼ਾਨ ਘਾਟ ਤੱਕ ਜਾ ਸਕਦੇ, ਇਸ ਤੋਂ ਅੱਗੇ ਨਹੀਂ। ਬਾਬਾ ਜੀ ਨੂੰ ਪੁੱਛਦਾ, ਤੀਸਰਾ ਸਾਥੀ ਕੌਣ ਆ? ਸਤਿਗੁਰੂ ਕਹਿਣ ਲੱਗੇ, ਬੰਦੇ ਦੇ ਕਰਮ। ਇੱਕ ਮੈਂ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ, ਕਰੋੜਾਂ ਯਤਨ ਕਰਨ ਦੇ ਬਾਵਜੂਦ ਵੀ ਇੱਕ ਸੈਂਟ ਵੀ, ਇੱਕ ਪੈਨੀ ਵੀ, 1 ਰੁਪਈਆ ਵੀ, 1 ਪੈਸਾ ਵੀ ਅਸੀਂ ਨਾਲ ਨਹੀਂ ਲਿਜਾ ਸਕਦੇ। ਪਰ ਕਰੋੜਾਂ ਯਤਨ ਕਰਨ ਦੇ ਬਾਵਜੂਦ ਵੀ, ਜਿਹੜੀ ਧਿਆਨ ਦੇਣਾ, ਕਰੋੜਾਂ ਯਤਨ ਕਰਨ ਦੇ ਬਾਵਜੂਦ ਵੀ 1 ਪੈਸਾ ਵੀ ਨਾਲ ਨਹੀਂ ਜਾਏਗਾ, ਇਹ ਸੱਚ ਹੈ। ਪਰ ਕਰੋੜਾਂ ਯਤਨ ਕਰ ਲਓ, ਪੈਸੇ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲੇਗੀ, ਇਹ ਵੀ ਸੱਚਾਈ ਹੈ। ਮਾਇਆ ਤੋਂ ਬਿਨਾਂ ਜ਼ਿੰਦਗੀ ਚੱਲ ਸਕਦੀ ਹੈ। ਕਬੀਰ ਜੀ ਦਾ ਫੈਸਲਾ ਹੈ, ਕਹੋ ਕਬੀਰ ਜਿਸ ਉਦਰ ਤਿਸ ਮਾਇਆ। ਜਿਹਨੂੰ ਪਰਮਾਤਮਾ ਨੇ ਪੇਟ ਲਾਇਆ ਨਾ, ਉਹਨੂੰ ਮਾਇਆ ਚਾਹੀਦੀ ਹੈ। ਪਰ ਕਰੋੜਾਂ ਯਤਨ ਕਰਨ ਨਾਲ ਵੀ ਮਾਇਆ ਨਾਲ ਨਹੀਂ ਜਾਂਦੀ। ਪਰ ਕਰੋੜਾਂ ਯਤਨ ਕਰਨ ਦੇ ਨਾਲ ਵੀ ਬੰਦਾ ਆਪਣੇ ਕੀਤੇ ਹੋਏ ਕਰਮ ਛੱਡ ਕੇ ਨਹੀਂ ਜਾ ਸਕਦਾ, ਕਿਸੇ ਨੂੰ ਸੌਂਪ ਕੇ ਨਹੀਂ ਜਾ ਸਕਦਾ। ਜਾ ਸਕਦਾ? ਪਾਪ ਕਰਕੇ ਮਾਇਆ ਇਕੱਠੀ ਕੀਤੀ ਆ, ਪਾਪ ਛੱਡ ਜਾਏਗਾ, ਮਾਇਆ ਛੱਡ ਜਾਏਗਾ, ਪਾਪ ਨਾਲ ਲੈ ਜਾਏਗਾ। ਬਾਬਾ ਜੀ ਕਹਿਣ ਲੱਗੇ, ਤੇਰੇ ਨਾਲ ਜਾਣੇ ਨੇ ਤੇਰੇ ਕਰਮ।
ਜਿਹੋ ਜੀ ਤੂੰ ਜ਼ਿੰਦਗੀ ਬਤੀਤ ਕੀਤੀ ਹੈ, ਤੇਰੇ ਨਾਲ ਜਾਣਾ ਪ੍ਰਮਾਤਮਾ ਦਾ ਨਾਮ। ਸਾਥ ਨਾ ਚੱਲੈ ਬਿਨ ਭਜਨ, ਹਰੀ ਦੇ ਭਜਨ ਤੋਂ ਬਿਨਾ, ਹਰੀ ਦੀ ਬੰਦਗੀ ਤੋਂ ਬਿਨਾ ਕੁਛ ਵੀ ਤੇਰੇ ਨਾਲ ਨਹੀਂ ਜਾਣਾ। ਤਉ ਧਿਆਨ ਤਿਆਗਤ ਹੀ ਸੁਨ ਰੇ ਜੜ। ਕਲਗੀ ਵਾਲੇ ਦਸਮ ਗ੍ਰੰਥ ਅੰਦਰ ਫਰਮਾਉਂਦੇ ਨੇ, ਕਹਿਣ ਲੱਗੇ ਉਹ ਮੂਰਖਾ, ਮੇਰੀ ਗੱਲ ਗੌਰ ਨਾਲ ਸੁਣੀ, ਧਿਆਨ ਨਾਲ ਸੁਣੀ। ਬੰਦਾ ਸੁਣਾਉਣ ਦਾ ਆਦੀ ਹੈ, ਸੁਣਦਾ ਕਿੱਥੇ। ਤਉ ਧਿਆਨ ਤਿਆਗਤ ਹੀ ਸੁਨ ਰੇ ਜੜ। ਜੜ ਮੀਨਿੰਗ ਮੂਰਖ। ਮੂਰਖਾ ਤੇਰੇ ਸਰੀਰ ਛੱਡਣ ਦੀ ਦੇਰ ਹੈ। ਪ੍ਰੇਤ ਬਖਾਨ ਤੇਰੇ ਆ ਭਜ ਜੈ ਹੈ। ਸਭ ਤੋਂ ਨਿਕਟ ਔਰਤ ਹੁੰਦੀ ਆ। ਮੈਂ ਇਹ ਵੀ ਬੇਨਤੀ ਕਰਦੀ ਹਾਂ, ਧੀਆਂ ਪੁੱਤਰ ਵੀ ਸਾਥ ਛੱਡ ਜਾਂਦੇ ਨੇ, ਔਰਤ ਨਹੀਂ ਜੇ ਛੱਡਦੀ। ਜਿਹੜਾ ਪਤੀ ਪਤਨੀ ਦਾ ਰਿਸ਼ਤਾ ਨਾ, ਇਹਨੂੰ ਕਦੀ ਫਿੱਕਾ ਨਾ ਪੈਣ ਦਿਓ। ਇਹਦੇ ਵਰਗਾ ਮਿੱਠਾ ਰਿਸ਼ਤਾ ਕੋਈ ਨਹੀਂ ਹੁੰਦਾ। ਇਹਦੇ ਵਰਗਾ ਸਮਰਪਿਤ ਰਿਸ਼ਤਾ ਕੋਈ ਨਹੀਂ ਹੁੰਦਾ। ਮੈਂ ਦਾਅਵੇ ਨਾਲ ਕਹਿ ਸਕਦਾ, ਤੁਹਾਨੂੰ ਤੁਹਾਡਾ ਪੁੱਤਰ ਵੀ ਇੰਨਾ ਸਮਰਪਿਤ ਨਹੀਂ ਹੋਏਗਾ, ਧੀ ਵੀ ਇੰਨੀ ਸਮਰਪਿਤ ਨਹੀਂ ਹੋਏਗੀ ਜਿੰਨੀ ਸਮਰਪਿਤ ਤੁਸੀਂ ਗ੍ਰਸਥ ਜੀਵਨ ਅੰਦਰ ਇੱਕ ਦੂਜੇ ਨੂੰ ਹੁੰਦੇ ਹੋ। ਇਸਤਰੀ ਅਤੇ ਪੁਰਸ਼ ਹੁੰਦੇ ਨੇ। ਔਰ ਕਿਸੇ ਤਰ੍ਹਾਂ ਵੀ ਮੈਂ ਬੇਨਤੀ ਕਰਾਂ, ਇਸ ਰਿਸ਼ਤੇ ਦੇ ਅੰਦਰ ਖਟਾਸ ਨਾ ਆਉਣ ਦਿਓ। ਇਹ ਤਾਂ ਮਹਾਰਾਜ ਮੰਨਦੇ ਨੇ ਵੀ ਬਹੁਤ ਹਿੱਤ ਜਾਣਸੇ ਹੋ। ਇਹ ਗੱਲ ਅਲੱਗ ਹੈ ਵੀ ਤੇਰੇ ਸਰੀਰ ਵਿੱਚੋਂ ਪ੍ਰਾਣ ਨਿਕਲਣ ਦੀ ਦੇਰ ਆ, ਉਹਨੇ ਵੀ ਕਹਿਣਾ ਗੁਜ਼ਰ ਗਿਆ, ਗੁਜ਼ਰ ਗਿਆ, ਗੁਜ਼ਰ ਗਿਆ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ। ਪ੍ਰੇਤ ਦਾ ਅਰਥ ਪਤਾ ਕੀ ਹੁੰਦਾ? ਪ੍ਰੇਤ ਦਾ ਅਰਥ ਭੂਤ ਨਹੀਂ ਜੀ ਹੁੰਦਾ। ਪ੍ਰੇਤ ਮੀਨਿੰਗ ਗੁਜ਼ਰ ਗਿਆ, ਗੁਜ਼ਰ ਗਿਆ, ਗੁਜ਼ਰ ਗਿਆ। ਪ੍ਰੇਤ ਪ੍ਰੇਤ ਕਰ ਭਾਗੀ, ਘਰ ਕੀ ਨਾਰ ਉਰੇ ਤਨ ਲਾਗੀ। ਉਹ ਤੋਂ ਭੂਤ ਗੁਜ਼ਰ ਗਿਆ, ਗੁਜ਼ਰ ਗਿਆ। ਉਹ ਆਪਣੇ ਮਾਨਸਿਕ ਅਵਸਥਾ ਨੂੰ ਚੇਂਜ ਕਰ ਲੈਂਦੀ ਹੈ, ਜਿਹਦੇ ਨਾਲ ਇੰਨਾ ਲਗਾਓ ਹੁੰਦਾ ਹੈ। ਤਉ ਤਨ ਤਿਆਗਤ ਹੀ ਸੁਨ ਰੇ ਜੜ। ਪ੍ਰੇਤ ਬਖਾਨ ਤਰਿਆ ਭਜ ਜੈ ਹੈ। ਭੌਨ ਭੰਡਾਰ ਧਰਾ ਗੜ ਜੇਤਕ। ਭੌਨ ਘਰ, ਭੰਡਾਰ ਜਿੰਨੇ ਭੰਡਾਰੇ, ਜਿੰਨੀ ਦੌਲਤ ਤੂੰ ਇਕੱਠੀ ਕੀਤੀ, ਜਿੰਨੇ ਕਿਲੇ ਤੂੰ ਬਣਾਏ। ਭੌਨ ਭੰਡਾਰ ਧਰਾ ਗੜ ਜੇਤਕ ਛਾੜਤ ਪ੍ਰਾਨ। ਕਹਿਣ ਲੱਗੇ ਪ੍ਰਾਣ ਨਿਕਲਣ ਦੀ ਦੇਰੀਓ, ਘਰ ਛੱਡਦਿਆਂ ਦੇਰ ਨਹੀਂ ਲੱਗਣੀ। ਘਰ ਬਣਾਉਂਦਿਆਂ ਦੇਰ ਲੱਗਦੀ ਜੇ, ਕਿਲੇ ਬਣਾਉਂਦਿਆਂ ਦੇਰ ਲੱਗਦੀ ਜੇ, ਦੌਲਤ ਇਕੱਠੇ ਕਰਦਿਆਂ ਦੇਰ ਲੱਗਦੀ ਹੈ। ਸਰੀਰ ਨੂੰ ਸਾਂਭਣ ਵਿੱਚ ਦੇਰ ਲੱਗਦੀ, ਛੱਡਣ ਵਿੱਚ ਦੇਰ ਲੱਗਦੀ ਹੈ। ਕਦੀ ਵੇਖਿਆ ਵੀ ਬਹੁਤ ਦੇਰ ਨਾਲ ਕਿਸੇ ਨੇ ਸਰੀਰ ਛੱਡਿਆ? ਛਿਨ ਵਿੱਚ ਹੀ। ਛਿਨਮੇ ਤਿਆਗਤ ਨਾਂਗ ਸੁਧਾਰੋ। ਭੌਨ ਭੰਡਾਰ ਧਰਾ ਗੜ ਜੇਤਕ ਛਾੜਤ ਪ੍ਰਾਨ। ਕਹਿਣ ਲੱਗੇ ਪ੍ਰਾਣ ਨਿਕਲਣ ਦੀ ਦੇਰ ਆ, ਬੇਗਾਨ ਕਹਿ। ਇਹ ਸਭ ਕੁਛ ਬੇਗਾਨਾ ਕਿਹਾ ਜਾਣਾ। ਤੇ ਜਿਹੜੇ ਤੇਰੇ ਧੀਆਂ ਪੁੱਤਰ ਨੇ, ਪੁੱਤਰ ਕਲੱਤਰ ਸੁਮਿੱਤਰ ਸਖਾ, ਤੇਰੇ ਪੁੱਤਰ, ਤੇਰੇ ਮਿੱਤਰ, ਤੇਰੇ ਸਖੇ ਸੰਬੰਧੀ, ਉਦੋਂ ਤੈਨੂੰ ਸੁਣਾਈ ਨਹੀਂ ਦੇਣਾ। ਮੈਂ ਤੈਨੂੰ ਜ਼ਿੰਦਗੀ ਦੀ ਰਿਐਲਿਟੀ ਦੱਸਦਾ ਕਿ ਤੇਰੇ ਮਿੱਤਰ, ਤੇਰੇ ਪੁੱਤਰ, ਤੇਰੇ ਸਖੇ ਸੰਬੰਧੀ, ਉਹਨਾਂ ਨੇ ਪਤਾ ਕੀ ਕਹਿਣਾ? ਜਦ ਪ੍ਰਾਣੀ ਚੜ੍ਹਾਈ ਕਰਦਾ, ਗੁਜ਼ਰਦਾ, 5-10 ਮਿੰਟ ਬਾਅਦ ਅਫਸੋਸ ਕਰਕੇ ਇਹਨਾਂ ਪੁੱਛਦੇ ਨੂੰ ਬਾਹਰ ਕਿਦੋਂ ਕੱਢਣਾ, ਸ਼ਮਸ਼ਾਨ ਕਿਦੋਂ ਲਿਜਾਣਾ। ਇਹੀ ਪੁੱਛੀਦਾ ਨਾ, ਕੀ ਟਾਈਮ ਹੈ? ਤੇਰੇ ਧੀਆਂ ਪੁੱਤਰ, ਤੇਰੇ ਸਖੇ ਸੰਬੰਧੀ। ਵੈਸੇ ਸੋਸ਼ਲ ਮੀਡੀਆ 'ਤੇ ਬਹੁਤਾ ਕੋਈ ਚੰਗਾ ਨਹੀਂ ਆਉਂਦਾ, ਕਦੀ ਕਦੀ ਕੋਈ ਚੰਗੀ ਗੱਲ ਪੜ੍ਹਨ ਨੂੰ ਮਿਲ ਜਾਂਦੀ ਹੈ। ਕੱਲ੍ਹ ਮੈਂ ਕਿਸੇ ਦਾ ਸਟੇਟਸ ਪੜ੍ਹ ਰਿਹਾ ਸੀ, ਅਤੇ ਉਹਦੇ ਵਿੱਚ ਲਿਖਿਆ, ਜੀਂਦਿਆਂ ਵੀ ਆਪਣੇ ਸਾੜਦੇ ਹੋ ਅਤੇ ਮਰਨ ਤੋਂ ਬਾਅਦ ਵੀ ਤੈਨੂੰ ਆਪਣੀ ਸਾੜਨਗੇ। ਜੀਂਦਿਆਂ ਜੀ ਕੋਈ ਬੇਗਾਨਾ ਸਾੜਦਾ? ਇੱਕ ਦੱਸੋ ਵੀ ਜਿਹਨੂੰ ਤੁਸੀਂ ਜਾਣਦੇ ਨਾ ਹੋਵੋ, ਜਿਹਦੇ ਨਾਲ ਕੋਈ ਤੁਹਾਡਾ ਰਿਸ਼ਤਾ ਨਾ ਹੋਵੇ, ਉਹਨੇ ਤੁਹਾਨੂੰ ਜਲਨ ਪਹੁੰਚਾਈ ਹੋਵੇ।
ਤੌਖਲਾ ਦਿੱਤਾ ਹੋਵੇ, ਦੁੱਖ ਦਿੱਤਾ ਹੋਵੇ। ਜਰੀ ਧਿਆਨ ਦਿਓ, ਕਿਸੇ ਨੇ ਕਿਸੇ ਨੂੰ ਪੁੱਛਿਆ, ਕਿਸੇ ਨੇ ਕਿਸੇ ਨੂੰ ਪੁੱਛਿਆ, ਗੱਲ ਕੰਮ ਆਉਣ ਵਾਲੀ ਦਿਲ ਦੀ ਪੱਟੀ ਤੇ ਲਿਖ ਲਿਓ। ਕਿਸੇ ਨੇ ਕਿਸੇ ਨੂੰ ਪੁੱਛਿਆ, ਆਪਣੇ ਅਤੇ ਬੇਗਾਨਿਆਂ ਵਿੱਚ ਕੀ ਅੰਤਰ ਹੁੰਦਾ ਹੈ? ਇਹ ਸਵਾਲ ਮੈਂ ਤੁਹਾਡੇ ਤੇ ਕਰਾਂ ਤੇ ਕੀ ਇਹਦਾ ਆਨਸਰ ਹੋਏਗਾ? ਪੁੱਛਣ ਵਾਲੇ ਨੂੰ ਕਹਿਣ ਵਾਲੇ ਨੇ ਇਹ ਗੱਲ ਕਹੀ, ਪੁੱਛਣ ਵਾਲੇ ਨੂੰ ਜਵਾਬ ਦੇਣ ਵਾਲੇ ਨੇ ਇਹ ਗੱਲ ਕਹੀ, ਇਹ ਤੇ ਮੈਨੂੰ ਨਹੀਂ ਪਤਾ ਵੀ ਆਪਣਿਆਂ ਤੇ ਬੇਗਾਨਿਆਂ ਵਿੱਚ ਅੰਤਰ ਕੀ ਹੁੰਦਾ ਹੈ, ਪਰ ਇੱਕ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਆਪਣਿਆਂ ਜਿੰਨੇ ਬੇਗਾਨੇ ਦੁੱਖ ਨਹੀਂ ਜੇ ਦਿੰਦੇ। ਦਿੰਦੇ ਆ? ਜਿੰਨੇ ਵੀ ਦੁੱਖ ਮਿਲੇ ਹੋਣਗੇ ਆਪਣਿਆਂ ਕੋਲ ਮਿਲੇ ਹੋਣਗੇ। ਮੈਂ ਤਾਂ ਇਹ ਗੱਲ ਕਹਿੰਦਾ ਨਾ, ਆਪਣਿਆਂ ਕੋਲੋਂ ਬਚ ਕੇ ਰਹੋ, ਬੇਗਾਨਿਆਂ ਕੋਲ ਤਾਂ ਬਚਣ ਦੀ ਲੋੜ ਕੋਈ ਨਹੀਂ। ਜਿਹੜਾ ਜਾਣਦਾ ਹੀ ਨਹੀਂ ਉਹਦੇ ਕੋਲ ਬਚਣ ਦੀ ਕੀ ਲੋੜ ਹੈ? ਸਾਹਿਬੇ ਕਮਾਲ ਕਹਿਣ ਲੱਗੇ, ਤੇਰੇ ਸਰੀਰ ਛੱਡਣ ਦੀ ਦੇਰ ਹੈ, ਤੇਰੇ ਧੀਆਂ ਨੇ, ਤੇਰੇ ਪੁੱਤਰਾਂ ਨੇ, ਤੇਰੇ ਮਿੱਤਰਾਂ ਨੇ, ਤੇਰੇ ਸਕੇ ਸੰਬੰਧੀਆਂ ਨੇ। ਪਤਾ ਕੀ ਕਹਿਣਾ? ਇਹ ਬੇਗਨਕਾਰੋ, ਇਹਨੂੰ ਜਲਦੀ ਬਾਹਰ ਕੱਢੋ। ਆਇਸ ਦੇ ਹੈ, ਉਹਨਾਂ ਨੇ ਇਹ ਆਗਿਆ ਦੇਣੀ ਹੋ। ਚੇਤ ਰੇ ਚੇਤ ਅਚੇਤ ਮਹਾਪਛ। ਮੈਂ ਬੜਾ ਹੈਰਾਨ ਹੁੰਨਾ, ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੰਦੇ ਨੂੰ ਪਸ਼ੂ ਨਹੀਂ ਕਿਹਾ, ਮਹਾਨ ਪਸ਼ੂ ਕਿਹਾ। ਕਹਿਣ ਲੱਗੇ, ਚੇਤ ਰੇ ਚੇਤ ਅਚੇਤ ਮਹਾਪਛ, ਅੰਤ ਕੀ ਬਾਰ ਅਕੇਲੋਈ ਜੈ ਹੈ, ਸੰਗ ਨ ਚਾਲੈ ਬਿਨ ਭਜਨ। ਮੈਂ ਇੱਕ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਰੰਗ ਰਾਵਕ ਅੰਦਰ ਬਾਬਾ ਨਾਮਦੇਵ ਜੀ ਦਾ ਤੁਹਾਡੇ ਸਾਹਮਣੇ ਰੱਖਣ ਲੱਗਾ। ਕਾਏ ਰੇ ਬਿਖਿਆ ਬਨ ਜਾਏ, ਭੂਲੋ ਰੇ ਠਗਮੂਰੀ ਖਾਏ। जैसे मीन पानी में रहे, काल जाल की सुध नहीं रहे, जेबा स्वादी लीलत लो। कहने लगे, जिहड़ी मछली है ना पानी में रहिंदी ते जुबान दी चस्के दी मारी हुई कुंडी नूं पकड़ लैंदी है। अरे मछली ते कुंडी नूं पकड़ के फस जाए, बंदा भी फस जाए पदार्थां दे विच। लोभ अंदर, लालच अंदर। मछली बोधक नहीं है, ज्ञानी नहीं है, बंदा तो बोधक है ना। मैनू खिमा करियो, तुसी अपनी अपनी जिंदगी का मुतालिया करके देख लियो। मेरी अपनी जिंदगी का ये मुतालिया कि जिन्ने भी सानू शरीरक रोग लगे ने, चाहे मानसिक रोग लगे ने, कुदरती घट ने, साडी जुबान के चस्के दे ज़्यादा ने। बंदा चस्के के मुताबिक जींदा है, चस्के के मुताबिक खांदा है। हुण मछली की करदी है? चस्का है, पानी उसकी पालना कर रहा सी, पर जेबा स्वादी, जे जुबान की स्वाद विच, जुबान के स्वाद अंदर लीलत लो, ऐसे कनक कामनी बांधे हो मोह। कहने लगे, मछली ने कुंडी पकड़ ली तो फस गई, तू कनक कामनी दे मोह विच फसिया पिया। वो उत्थे मर जाती, तू इस मोह विच मर जाना। अगला शब्द जी ध्यान देना, ज्यों मधमाखी संचय अपार। शहद की मक्खी नूं वेखो, फुल्लां ते भरमण कर करके शहद इकट्ठा करती है, नाल जांदा है। जद खग्गा तैयार हो जाता ना शहद का, ज्यों मधमाखी संचय अपार। पता नहीं किन्नियां शाखां ते, किन्नियां फुल्लां ते बह बह के उन्हें शहद का खग्गा तैयार किया। जब खग्गा तैयार हुंदा है ना, तो माखियो चोण वाला, शहद चोण वाला आउंदा है प्यारिओ, वो थल्ले अग बाल दिंदा है। जिहड़ियां मक्खियां शहद नाल चिपक के बैठियां, चिपक के उस थल्ले बली हुई अग ने कुछ मक्खियां मार दित्तियां, कुछ बच के उड़ गईयां,
ਕਹਿਣ ਲੱਗੇ ਜਿਵੇਂ ਮੱਖੀ ਨੇ ਸ਼ਹਿਦ ਦਾ ਖੱਗਾ ਇਕੱਠਾ ਕੀਤਾ ਨਾਲ ਲੈ ਕੇ ਗਈ, ਉਹਦਾ ਵਾਰਸ ਕੋਈ ਹੋਰ ਹੋ ਗਿਆ। ਜਿਉ ਮਦ ਬਾਖੀ ਸੰਚੈ ਅਪਾਰ, ਮਦ ਲੀਨੋ ਮੁਖ ਦੀਨੀ ਸ਼ਾਰ। ਕਹਿਣ ਲੱਗੇ ਉਹਦੇ ਤੇ ਸਵਾਈ ਵੀ ਨਾ ਪੱਲੇ ਪਈ। ਯਾਦ ਰੱਖੀ ਜੋ ਕੁਛ ਤੂੰ ਇਕੱਠਾ ਕੀਤਾ ਨਾ, ਇੱਕ ਦਿਨ ਤੈਨੂੰ ਤੇਰਿਆਂ ਨੇ ਅੱਗ ਦੇ ਸਪੁਰਦ ਕਰ ਦੇਣਾ ਤੇ ਤੇਰੇ ਪੱਲੇ ਇਹਦੇ ਵਿੱਚੋਂ ਕੁਛ ਵੀ ਨਹੀਂ ਹੋ ਪੈਣਾ, ਕੁਛ ਵੀ ਨਹੀਂ ਹੋ ਪੈਣਾ। ਅਗਲੀ ਪੰਕਤੀ ਹੈ, ਗਊ ਬਾਂਸ ਕੋ ਸੰਚੈ ਖੀਰ। ਕਹਿਣ ਲੱਗੇ ਜਿਹੜੀ ਗਊ ਆ ਨਾ, ਦੁੱਧ ਸਾਡੇ ਲਈ ਪੈਦਾ ਕਰਦੀ ਹੈ। ਗਊ ਨੂੰ ਪੁੱਛ ਕੇ ਵੇਖਿਆ ਕਿ ਤੇਰਾ ਦੁੱਧ ਸਾਡੇ ਲਈ ਹੈ? ਨਹੀਂ, ਉਹਦੇ ਵਛੜੇ ਲਈ ਹੈ। ਗਊ ਬਾਂਸ ਕੋ ਸੰਚੈ ਖੀਰ। ਕਹਿਣ ਲੱਗੇ ਜਿਵੇਂ ਗਊ ਆਪਣੇ ਵਛੜੇ ਲਈ ਦੁੱਧ ਇਕੱਠਾ ਕਰਦੀ ਹੈ, ਤੇ ਜਿਹੜਾ ਗਵਾਲਾ ਹੈ ਵਛੜੇ ਨੂੰ ਪਿਛਾਂ ਹਟਾ ਦਿੰਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਦੁੱਧ ਦਾ ਰਖਵਾਲਾ ਆਪ ਹੋ ਜਾਂਦਾ ਹੈ। ਆ ਜਿੰਨੇ ਪਦਾਰਥ ਰੂਪੀ ਦੁੱਧ ਤੂੰ ਇਕੱਠਾ ਕੀਤਾ ਨਾ, ਮੌਤ ਨੇ ਤੈਨੂੰ ਬਹੁਤ ਪਿਛਾਂ ਹਟਾ ਦੇਣਾ, ਬੜੀ ਪਿਛਾਂ, ਜਿਹਦੇ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਹੋਣਾ। ਗਊ ਬਾਂਸ ਕੋ ਸੰਚੈ ਕੀਰ। ਕਹਿਣ ਲੱਗੇ ਜਿਵੇਂ ਗਊ ਬਛਲੇ ਲਈ ਦੁੱਧ ਇਕੱਠਾ ਕਰਦੀ ਹੈ, ਪਰ ਵਛੜਾ ਦੁੱਧ ਪੀਣ ਲੱਗਦਾ, ਗਵਾਲਾ ਪਿਛਾਂ ਹਟਾ ਦਿੰਦਾ, ਮਾਲਕ ਆਪ ਬਣ ਜਾਂਦਾ। ਯਾਦ ਰੱਖੀ ਜੋ ਕੁਛ ਤੂੰ ਇਕੱਠਾ ਕੀਤਾ, ਮੌਤ ਨੇ ਤੈਨੂੰ ਪਿਛਾਂ ਹਟਾ ਦੇਣਾ ਤੇ ਉਹਦਾ ਵਾਰਸ ਕਿਸੇ ਹੋਰ ਨੇ ਹੋ ਜਾਣਾ। ਸੰਗ ਨਾ ਚਾਲੈ ਬਿਨ ਭਜਨੋ, ਗਲਾ ਬਾਂਧ ਦੋਲੇ ਅਹੀਰ। ਮਾਇਆ ਕਾਰਨ ਸ਼ਰਮ ਅਤ ਕਰੈ। ਮੈਂ ਇੱਕ ਬੇਨਤੀ ਕਰਾਂ, ਅਤ ਕਿਸੇ ਬੰਨਿਓ ਵੀ ਠੀਕ ਨਹੀਂ ਜੀ ਹੁੰਦੀ। ਸਤਿਗੁਰੂ ਕਹਿਣ ਲੱਗੇ ਬੰਦਾ ਮਾਇਆ ਲਈ ਅਤ ਦੀ ਮਿਹਨਤ ਕਰਦਾ, ਅਤ ਦੀ। ਇਹਦੇ ਤੁਸੀਂ ਆਪਣੇ ਆਪ ਹੀ ਵੇਖ ਲਓ, ਸਾਰੇ ਵੇਖ ਲਈਏ ਵੀ ਜਿੰਨੀ ਅਸੀਂ ਮਾਇਆ ਲਈ ਮਿਹਨਤ ਕਰਦੇ ਹਾਂ, ਰੱਬ ਦੇ ਨਾਮ ਲਈ ਮਿਹਨਤ ਕਰਦੇ ਹਾਂ। ਮਾਇਆ ਕਾਰਨ ਸ਼ਰਮ ਅਤ ਕਰੈ, ਸੋ ਮਾਇਆ ਲੈ ਗਾਡੈ ਧਰੈ। ਮੈਂ ਨਾ ਖਲੀਲ ਜ਼ਬਰਾਨ ਪੜ੍ਹਿਆ। ਮੇਰੇ ਪਿਤਾ ਜੀ ਪ੍ਰਸਿੱਧ ਵਿਚਾਰਵਾਨ ਸਨ, ਇੱਥੇ ਵੀ ਹੈਡ ਗ੍ਰੰਥੀ ਹੋ ਰਹੇ। ਮੈਨੂੰ ਕਹਿਣ ਲੱਗੇ ਖਲੀਲ ਜ਼ਬਰਾਨ ਪੜ੍ਹਿਓ, ਉਹਦੀਆਂ ਕਹਾਣੀਆਂ ਨੇ। ਜ਼ਬਰਾਨ ਦੀਆਂ ਕਹਾਣੀਆਂ ਵਿੱਚ ਇੱਕ ਮੈਂ ਕਹਾਣੀ ਪੜ੍ਹੀ ਵੀ ਇੱਕ ਗੁਰੂ ਸੀ, ਫਕੀਰ ਸੀ, ਜਪ ਤਪ ਕਰਦਾ ਜੰਗਲ ਵਿੱਚ ਬੈਠ ਕੇ, ਔਰ ਪ੍ਰਸ਼ਾਦੇ ਪਾਣੀ ਲਈ ਉਹ ਨਗਰ ਵਿੱਚ ਆਉਂਦਾ ਤੇ ਮੰਗ ਕੇ ਲੈ ਜਾਂਦਾ। 1-2 ਦਿਨ ਦਾ ਇਕੱਠਾ ਹੀ। ਜ਼ਬਰਾਨ ਲਿਖਦਾ ਇੱਕ ਦਿਨ ਫਕੀਰ ਸ਼ਹਿਰ ਦੇ ਵਿੱਚ, ਕਸਬੇ ਦੇ ਵਿੱਚ ਰੋਟੀ ਮੰਗਣ ਆਇਆ। ਉਹਨੇ ਪ੍ਰਸ਼ਾਦਾ ਪਾਣੀ ਮੰਗ ਕੇ ਆਪਣੇ ਥੈਲੇ ਵਿੱਚ ਰੱਖਿਆ, ਨਾਲ ਉਹਦਾ ਚੇਲਾ ਸੀ, ਤੇ ਦੋਨੋਂ 2-4 ਦਿਨ ਦੀ ਖੁਰਾਕ ਲੈ ਕੇ ਜੰਗਲ ਵਿੱਚ ਆਪਣੀ ਕੁਟੀਆ ਵੱਲ ਪਰਤ ਰਹੇ ਨੇ। ਜਿਹੜੀ ਧਿਆਨ ਦੇਣਾ, ਤੁਰਦਿਆਂ ਤੁਰਦਿਆਂ ਨਾ ਥੋੜ੍ਹਾ ਅੰਧੇਰਾ ਹੋ ਗਿਆ, ਘੁਸਮੁਸਾ ਜਿਹਾ ਹੋ ਗਿਆ, ਸ਼ਾਮ ਜੀ ਹੋ ਗਈ। ਗੁਰੂ ਅੱਗੇ ਸੀ, ਚੇਲਾ ਪਿੱਛੇ ਸੀ। ਗੁਰੂ ਜੀ ਦੇ ਪੈਰ ਦੇ ਨਾਲ, ਫਕੀਰ ਦੇ ਪੈਰ ਦੇ ਨਾਲ ਕੋਈ ਚੀਜ਼ ਟਕਰਾਈ। ਉਹਨੇ ਵੇਖਿਆ ਵੀ ਪੈਰ ਨਾਲ ਕੋਈ ਚੀਜ਼ ਟਕਰਾਈ ਹੈ, ਤੇ ਉਹ ਦੇਖਦਾ, ਤੇ ਕੀ ਦੇਖਦਾ, ਚੱਕ ਕੇ ਉਹ ਥੈਲਾ ਹੈ, ਤੇ ਥੈਲੇ ਦੀ ਗੱਡ ਵੱਜੀ ਹੋਈ ਹੈ, ਗੰਠ ਵੱਜੀ ਹੋਈ ਹੈ। ਉਹ ਗੁਰੂ ਥੈਲਾ ਚੁੱਕਦਾ, ਤੇ ਜਦ ਉਹ ਥੈਲੇ ਨੂੰ ਖੋਲ੍ਹਦਾ ਨਾ, ਤੇ ਕੀ ਦੇਖਦਾ, ਉਹਦੇ ਵਿੱਚ ਸੋਨੇ ਦੀ ਇੱਟ ਹੈ। ਪ੍ਰਸੰਨ ਬੜਾ ਹੋਇਆ, ਕਹਿਣ ਲੱਗਾ ਸਾਰੀ ਉਮਰ ਜੰਗਲਾਂ 'ਚ ਕੱਢ ਦਿੱਤੀ, ਰੱਬ ਨੇ ਕੁਛ ਨਾ ਕੁਛ ਤੇ ਦੇਣਾ ਹੀ ਸੀ। ਮੈਨੂੰ ਖਿਮਾ ਕਰਿਓ, ਬਹੁਤ ਲੋਕ ਸੁਖਮਨੀ ਕਰਕੇ ਵੀ ਪਦਾਰਥ ਹੀ ਮੰਗਦੇ ਨੇ। ਕਦੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੰਗਿਆ ਕਿ ਗੁਰੂ ਜੀ ਤੁਸੀਂ ਮਿਲ ਜਾਓ। ਜਿਵੇਂ ਭਾਈ ਮਤੀ ਦਾਸ ਨੂੰ ਗਲਵਖੜੀ ਵਿੱਚ ਲਿਆ, ਮੈਨੂੰ ਵੀ ਲੈ ਲਓ।
जे गुरु के दर ते आके भी पदार्थ मंगने ने, दुकान ते जाके भी पदार्थ ली जाना है, गुरुद्वारे भी पदार्थ ली आना है, तो बंदा धर्म कमाउण कित्थे जाएगा। हाँ, एक गल याद रखियो, ਜਿਹੜਾ ਰੱਬ ਦੇ ਦਰ ਤੇ ਕੇਵਲ ਰੱਬ ਲਈ ਆਉਂਦਾ ਉਹਦੇ ਕੋਲ ਕਦੀ ਮਾਇਆ ਦੀ ਥੋੜ ਨਹੀਂ ਜੇ ਹੁੰਦੀ। ਮਾਇਆ ਦਾ ਮਾਲਕ ਉਹਨੂੰ ਕੋ ਥੋੜ ਰਹਿਣ ਦੇਗਾ। ਕਹਿਣ ਲੱਗਾ ਆਖਰ ਰੱਬ ਨੇ ਕੁਝ ਦੇਣਾ ਹੀ ਸੀ ਨਾ, ਉਹ ਸੋਨੇ ਦੀ ਇੱਟ। ਤੇ ਜਦ ਬੰਦੇ ਨੂੰ ਪਦਾਰਥ ਮਿਲਦੇ ਆ ਤੇ ਇਹਦੀ ਚਾਲ ਬਦਲਦੀ ਹੈ, ਇਹਦੀ ਬੋਲੀ ਚਾਲੀ ਬਦਲਦੀ ਹੈ, ਬੋਲ ਚਾਲ ਬਦਲਦਾ ਹੈ। ਅਕਸਰ ਦੇਖਿਓ ਬੰਦੇ ਨੂੰ ਪਦਾਰਥ ਮਿਲਦੇ ਨੇ, ਮਾਇਆ ਮਿਲਦੀ ਹੈ, ਇਹਦਾ ਬੋਲ ਚਾਲ ਬਦਲਦਾ ਹੈ, ਇਹਦਾ ਰਹਿਣਾ ਸਹਿਣਾ ਬਦਲਦਾ ਹੈ। ਕਈ ਤਾਂ ਮੈਂ ਐਸੇ ਵੇਖੇ ਓਨੀ ਦੇਰ ਨਿਤਨੇਮੀ ਸਨ, ਗੁਰੂ ਘਰ ਦੇ ਪ੍ਰੇਮੀ ਸਨ, ਅੰਮ੍ਰਿਤ ਵੇਲੇ ਦੇ ਅਭਿਆਸੀ ਸਨ, ਜਿੰਨੀ ਦੇਰ ਮਾਇਆ ਨਹੀਂ ਮਿਲੇ। ਮੈਂ ਬੜੇ ਵੇਖੇ। ਕਈ ਬੰਦੇ ਚੰਗੇ ਪਤਾ ਕਿਉਂ ਹੁੰਦੇ ਨੇ, ਜਿਹੜੀ ਧਿਆਨ ਦੇਣਾ ਵੀ ਉਹਨਾਂ ਕੋਲ ਮਾੜਾ ਕਰਨ ਦੀ ਤਾਕਤ ਨਹੀਂ ਹੁੰਦੀ। ਆਖਰ ਮਾੜਾ ਵੀ ਕਰਨਾ ਤੇ ਤਾਕਤ ਚਾਹੀਦੀ ਆ। ਕਈ ਬੰਦੇ ਮੈਂ ਵੇਖੇ ਮਾਇਆ ਮਿਲੀ ਬਦਲ ਗਏ, ਅਸਲ ਵਿੱਚ ਉਹ ਬਦਲੇ ਉਸ ਚੰਗੇ ਸੀ ਨਹੀਂ, ਬੇਸਿਕ ਰੂਪ ਵਿੱਚ ਉਹ ਚੰਗੇ ਨਹੀਂ ਸੀ। ਮੈਂ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਣ ਲੱਗਾ। ਕੋਈ ਕਮਰਾ, ਉਹਦੇ ਵਿੱਚ ਅੰਧੇਰਾ ਹੈ, ਤੇ ਉਸ ਕਮਰੇ ਦੀਆਂ ਦੀਵਾਰਾਂ 'ਤੇ ਅਸ਼ਲੀਲ ਤਸਵੀਰਾਂ ਟੰਗੀਆਂ ਹੋਈਆਂ ਨੇ, ਗੰਦੀਆਂ ਮੰਦੀਆਂ ਤਸਵੀਰਾਂ। ਹੁਣ ਅੰਧੇਰੇ ਕਾਰਨ ਉਹ ਤਸਵੀਰਾਂ ਦਿਖਾਈ ਨਹੀਂ ਦਿੰਦੀਆਂ। ਅਚਾਨਕ ਕੋਈ ਉੱਥੇ ਲਾਈਟ ਦਾ ਪ੍ਰਬੰਧ ਕਰਦੇ, ਸੁੱਚ ਔਨ ਕਰਦੇ, ਤਸਵੀਰਾਂ ਦਿਖਾਈ ਦੇਣਗੀਆਂ। ਲਾਈਟ ਨੇ ਤਸਵੀਰਾਂ ਬਣਾਈਆਂ ਨਹੀਂ ਆ, ਬਣਾਈਆਂ ਨੇ, ਦਿਖਾਈਆਂ ਨੇ। ਖਿਮਾ ਕਰਿਓ, ਕਈ ਮੇਰੇ ਵਰਗਿਆਂ ਦੇ ਅੰਦਰ ਮਾੜੀਆਂ ਅਸ਼ਲੀਲ ਤਸਵੀਰਾਂ ਹੁੰਦੀਆਂ ਨੇ, ਕੇਵਲ ਉਹਨਾਂ ਨੂੰ ਪ੍ਰਗਟ ਕਰਨ ਦੇ ਲਈ ਉਹਨਾਂ ਕੋਲ ਤਾਕਤ ਨਹੀਂ ਹੁੰਦੀ, ਤਾਕਤ ਨਹੀਂ ਹੁੰਦੀ। ਮਾਇਆ ਮਿਲੀ ਹੈ, ਬੰਦਾ ਗਲਤ ਰਾਹ 'ਤੇ ਤੁਰ ਪੈਂਦਾ। ਕੋਈ ਵਿਰਲਾ ਜੇ ਕਿ ਮਾਇਆ ਮਿਲੇ ਤੇ ਉਹ ਮਾਇਆ ਉਹਨੂੰ ਵਰਤੇ ਨਾ। ਅਕਸਰ ਮਾਇਆ ਬੰਦਿਆਂ ਨੂੰ ਵਰਤਦੀ ਆ। ਬਹੁਤ ਘੱਟ ਲੋਕ ਨੇ ਜਿਹੜੇ ਮਾਇਆ ਨੂੰ ਵਰਤਦੇ ਨੇ। ਇਹ ਵੀ ਗੱਲ ਦਿਲ ਦੀ ਪੱਟੀ 'ਤੇ ਲਿਖ ਲਿਓ, 85% ਲੋਕਾਂ ਨੂੰ ਮਾਇਆ ਵਰਤਦੀ ਆ। ਕੋਈ 10-15% ਬੁੱਧੀਮਾਨ ਹੋਣਗੇ ਜਿਹੜੇ ਮਾਇਆ ਨੂੰ ਵਰਤਦੇ ਹੋਣਗੇ। ਮਾਇਆ ਸਭ ਨੂੰ ਵਰਤ ਰਹੀ ਹੈ। ਸਾਖੀ ਕਰਤਾ ਲਿਖਦੇ ਨੇ, ਗੁਰੂ ਪ੍ਰਸੰਨ ਬੜਾ। ਹੁਣ ਅੰਧੇਰਾ ਅੰਧੇਰਾ ਲੱਗਣ ਲੱਗਾ, ਜਲਦੀ ਚੱਲਣਾ ਸ਼ੁਰੂ ਕੀਤਾ ਤੇ ਪਿਆਸ ਲੱਗ ਗਈ। ਚੇਲੇ ਨੂੰ ਆਵਾਜ਼ ਮਾਰਦਾ, ਚੇਲੇ ਆ ਮੇਰੇ ਕੋਲ, ਮੈਨੂੰ ਪਿਆਸ ਲੱਗੀ ਹੈ, ਇਹ ਥੈਲਾ ਫੜ। ਚੇਲਾ ਬੜਾ ਹੈਰਾਨ ਵੀ ਅੱਜ ਤੱਕ ਗੁਰੂ ਨੇ ਕਦੀ ਥੈਲਾ ਪਕੜਾਇਆ ਹੀ ਨਹੀਂ ਸੀ। ਥੈਲੇ ਵਿੱਚ ਹੁੰਦਾ ਕੀ ਆ? ਮੰਗੇ ਹੋਏ ਪ੍ਰਸ਼ਾਦੇ, ਮੰਗੀ ਹੋਈ ਸਬਜ਼ੀ। ਅਜੇ ਤੱਕ ਗੁਰੂ ਨੇ ਕਦੀ ਥੈਲਾ ਪਕੜਾ ਕੇ ਸਾਂਭਣ ਦੀ ਤਕੀਦ ਨਹੀਂ ਸੀ ਕੀਤੀ। ਕਹਿਣ ਲੱਗਾ ਅੱਜ ਕੋਈ ਥੈਲੇ ਵਿੱਚ ਗੜਬੜ ਹੈ। ਜਦ ਗੁਰੂ ਨੇ ਥੈਲਾ ਪਕੜਾਇਆ ਤੇ ਕਹਿਣ ਲੱਗਾ ਸਾਂਭੀ, ਮੈਂ ਜਲ ਪੀ ਕੇ ਆਇਆ ਨਦੀ ਵਿੱਚੋਂ। ਚੇਲਾ ਸਿਆਣਾ ਸੀ। ਰੱਬ ਕਿਰਪਾ ਕਰੇ ਕਿਸੇ ਗੁਰੂ ਨੂੰ ਮੂਰਖ ਚੇਲੇ ਨਾ ਮਿਲ ਜਾਣ। ਇੱਕ ਦਿਨ ਮੈਂ ਬੰਗਲਾ ਸਾਹਿਬ ਤੋਂ ਵੀ ਬੇਨਤੀ ਕੀਤੀ ਸੀ, ਜਿਸ ਦੇਸ਼ ਨੂੰ ਰਾਜਾ ਮੂਰਖ ਮਿਲ ਜੇ ਨਾ, ਉਹ ਦੇਸ਼ ਤਬਾਹ ਹੋ ਜਾਂਦਾ ਹੈ। ਅੱਜ ਨਹੀਂ ਤੇ ਕੱਲ੍ਹ ਤਬਾਹ ਹੋਏਗਾ। ਰੱਬ ਕਿਰਪਾ ਕਰੇ ਕਿਸੇ ਦੇਸ਼ ਦਾ ਰਾਜਾ ਮੂਰਖ ਨਾ ਹੋਵੇ। ਮੂੜ ਹੋ ਨਰੇਸ਼, ਭਾਈ ਕਾਨ ਸਿੰਘ ਨਾਭਾ, ਜਿਸ ਦੇਸ਼ ਦਾ ਰਾਜਾ ਮੂਰਖ ਹੋਵੇ। ਜਿਨ੍ਹਾਂ ਜਿਨ੍ਹਾਂ ਦੇਸ਼ਾਂ ਦੇ ਰਾਜੇ ਮੂਰਖ ਹੋਏ, ਦੇਸ਼ ਤਬਾਹੀ ਵੱਲ ਗਏ ਨੇ। ਚਾਹੇ ਕੋਈ ਵੀ ਦੇਸ਼ ਹੈ, ਤੁਸੀਂ ਹਰ ਦੇਸ਼ ਦਾ ਮੁਤਾਲਿਆ ਕਰਕੇ ਦੇਖ ਲਓ। ਜਿਹੜੀ ਮੈਂ ਗੱਲ ਕਹਿ ਰਿਹਾ ਤੁਸੀਂ ਪਕੜ ਰਹੇ ਹੋ। ਮੂੜ ਹੋ ਨਰੇਸ਼, ਮੀਤ ਕੁਟਲ, ਕੁਟਲ ਮਿੱਤਰ, ਜਿਹੜਾ ਢਿੱਡੋਂ ਕੁਝ ਹੋਰ ਹੋਏ ਤੇ ਮੁਖ ਤੋਂ ਕੁਝ ਹੋਰ ਹੋਏ।
शनार नार कपटी औरत ते चौथे 60 सेवक। कदी मूर्ख सेवक कोलों भी भला नहीं जे होया। मूर्ख सेवक गुरु नूं नुकसान पहुंचाता है। रब कृपा करे गुरु नूं कोई मूर्ख सेवक ना मिले। तुसीं देख रहे हो मूर्ख सेवक गुरु सिद्धांत नूं नुकसान पहुंचाते हैं। मूर्ख सेवक गुरु फिलोसफी नूं नुकसान पहुंचाते हैं। मूर्ख सेवक गुरु दर नूं नुकसान पहुंचाते हैं। मूर्ख सेवक गुरु दर दी बेपती करते हैं। इहदा चेला बड़ा सियाणा सी। उन्हें जब गुरु पानी पीन गया ना नदी च, उन्हें खोल के देखा कि सोने की इट है। कह लगा ये करके गुरु मैनू पकड़ा के गया। जिब्रान लिखदा उन्हें वो इट सोने की चेले ने नदी में सुट दी। तो ओदी जगह ते ओने कु वेट का एक पत्थर उन्हें उस थैले में रख के गंढ दे दी। गुरु आया तो कह लगा मेरा बैग कित्थे है, झोला कित्थे है। पकड़ा तो लो जी गुरु जी चल पे। चलदियां जद अंधेरा हो गया तो गुरु कह लगा चेला अपनी झोंपड़ी किन्नी कु दूर रह गई आ। अज झोंपड़ी दूर क्यों लग रही है, अंधेरा किन्ना हो गया। मैनू खिमा करो खतरा उन्होंने हुंदा जिदे कोल कुछ होए। मेरे वर्गे है, मेरे वर्गे कोल है ही कुछ नहीं। काहदा खतरा, की कोई लै जाऊगा। खतरा उन्होंने हुंदा जिन्हां दे कोल कुछ होए। तुहानू खतरा पता क्यों जे पंजाबीओ सिखो, तुहाडे स्थानां नू खतरा क्यों आ, तुहाडे सिद्धांत नू खतरा क्यों है। तुहाडे कोल कुछ है, जिदे कोल कुछ हुंदा खतरा उन्होंने हुंदा जे। जिदे कोल ही कुछ नहीं, जिदी इज्जत है ही नहीं, उन्होंने काहदा खतरा है। खतरा तो उन्होंने है जिदी इज्जत है कि मेरी बेपत्ती ना हो जाए। जब गुरु ने कहा भी झोंपड़ी क्यों नहीं आ रही, अंधेरा बड़ा हो गया, तो चेला कह लगा गुरु जी हुण झोंपड़ी आए या ना आए, अद्धी रात हो जाए, कोई फर्क नहीं पैंदा। कह लगा तेरे कहने का की अर्थ है। कह लगा गुरु जी बैग खोल के देखो। जद उन्हें वो थैला खोलिया ना तो गुरु की देखदा भी थैले विच पत्थर है। जिब्रान इत्थे कहानी खत्म कर दिंदा है। जिब्रान दीआं कहानियां विच एक रमज हुंदी है भी ओहदा अर्थ आप कढ़ना पैंदा है, ओहदा मीनिंग आप लभना पैंदा है दिमाग ला के। इहदा अर्थ पता की सी कि जिहड़ा गुरु सी अपने डेरे तक, अपनी झोंपड़ी तक, झुग्गी तक पत्थर नूं ही सोना समझदा रहा ना, सामदा रहा ना। पर जदों डेरा आया, झोंपड़ी आई, खोल के देखा तो पत्थर से। जिब्रान कहने लगा ऐ बंदिया जिसनों तू धन समझदा है ना, जद मौत आनी है सच करके जानी है पत्थरों तो वध कुछ भी नहीं होना। जिन्हों तू सब कुछ समझ रहा है, एक दिन जागेगा। जदों तू जागेगा ना फिर पता लगेगा तो कुछ भी नहीं सी। मेरे पिता जी को उदाहरण दिया करते सन। तुसीं हुण भी किते जाओ ना, रस्ते तो तुरे जाते हैं, प्रैक्टिकल देख लियो। तुहानूं कोई पागल नज़र आए ना, पागल वो पता की करेगा, टुट्टियां जुत्तियां, फटे कपड़े, ये सब कुछ इकट्ठा करदा है ना। तो उस पागल को, मैंटल को, शुदाई को वो सब कुछ खोवो, वो गाली गलोच करदा है, पत्थर मारदा है। तो उस मैंटल नूं किसी मैंटल हॉस्पिटल लै जाओ, उसका इलाज हो जाए। तो जब वो ठीक होए उन्होंने आखो भी आ लै टुट्टियां जुत्तियां, फटे हुए कपड़े तेरी संपत्ति है, ये तू लड़दा सी, पत्थर मारदा सी, वो लेगा। वो आखेगा मैं लड़दा सी, पत्थर मारदा सी, मैं मनदा वां,
पर यह मेरे वास्ते कीमती उन्नी देर सी जिन्नी देर मैं मैंटल सी। सच करके जानियो जेड़े शब्द तो टुटे हुए शुदाई लोग ने, बिन शब्द है सब जग बौराना। शब्द तो बिना जेड़े कमले लोग ने, शुदाई लोग ने, उन्होंने पदार्थ कीमती लगते जे। ते जद गुरु उन्होंने अपने कोल लिया के उन्होंने दिमाग का इलाज कर दिंदा है ना, फिर पता चलता है भी संग न चल बिन भजन विखिया सगली शार। वेखो ध्यान दिओ, ये शार शब्द छछे नाल है, अगला सार शब्द है। दो शब्द ने शार ते सार। इत्थे शार का अर्थ है सुवाह, माया सगली सुवाह ही। मैं एक दिन ना नानक प्याओ क्रिया बड़ियां होंदियां ने, उत्थे मैं एक दिन बेनती की भी ये सच है कि इत्थे दी दौलत दूसरे देश विच नहीं चलती। पाकिस्तान कदी साडा हिस्सा सी, अज इत्थे दी माया उत्थे चलदी है, चलदी है, उन्हां दी इत्थे चलदी है। तुहाडे विचों कई देश विदेश गए होणगे, अपनी इंडिया की करंसी अमेरिका लै जाओ, कैनेडा लै जाओ, आस्ट्रेलिया लै जाओ, चलेगी? कोई परवान करेगा? अरे जे इत्थे दी दौलत धरती ते दूसरे देश विच नहीं चल सकती, तेरा की ख्याल है भी इत्थे दी दौलत उत्थे चलेगी, अगले जहान चलेगी? पर एक सिस्टम है, वो सिस्टम समझ लियो। वो सिस्टम पता की है कि जद भी तुसी दूसरे देश जाते हो तो करंसी चेंज दियां दुकानां हुंदियां ने। एक कंट्री की करंसी दूसरी कंट्री विच नहीं चलती, पर चेंज हुंदी है। ये गल याद रखी, इत्थे दी दौलत उत्थे ते नहीं हो चलनी, पर लोड़वंदां दी सेवा करके इनू चेंज कर ला, इनू तब्दील कर ला। जिन्हों बाबा नानक साहब ने इवें क्या, हक काल खाए किश हथों दे नानक रहा, ये चेंज ही करना है ना। हर अर्थ जो खर्च दे, गुरमुख सब पवित्र है, धन संपै माया, गुरमुख दी माया गुरमुख संपत्ति सब पवित्र है। क्यों पवित्र है? हर अर्थ जो खर्च दे, जेड़े पर उपकार ली खर्च देना, ते पर उपकार ली खर्ची हुई नाल जांदी जे, ये चेंज कीती नाल जांदी जे। बाबा जी कह लगे साथ ना चल बिन भजन विखिया सगली शार। ते दूसरे बन्ने जेड़े नितनेमी महापुरख ने ना, उन्होंने अज भी एक बचन पढ़िया होएगा, जरी ध्यान देना, बड़े सहज ही तुहानू अर्थ समझ आ जाणगे। कलगी वाले महाराज जी के बचन अज तुसीं पढ़े, माते मतंग जरे जर संग। हजूर कह लगे मैं वो राजे देखे जिन्हां कोल माते मतंग, जिन्हां कोल मस्त हाथी सन। जरे जर संग, जरे जड़े होए, जर सोना। कह लगे वो राजे जिन्हां दे हाथी सोने दे नाल शिंगारे हुए सन। माते मतंग जरे जर संग अनूप उतंग, उतंग कहते ने घोड़े। मैं वो राजे देखे ही जिन्हां दे कोल ऐसे घोड़े सन कि जिन्हां दी उपमा नहीं सी कीती जा सकती, अरबी इराकी घोड़े। अनूप उतंग सुरंग सवारे, ते उन्हां घोड़ियां नूं कीमती कीमती फुलकारियां दे नाल शिंगारिया होया। ते कलगी वाले महाराज कह लगे एक नहीं दो नहीं, माते मतंग जरे जर संग अनूप उतंग सुरंग सवारे, कोट तुरंग कुरंग सकूदत। वो राजे जिन्हां कोलों कोट तुरंग, जिन्हां कोलों करोड़ां ही घोड़े ते करोड़ां ही हाथी सन। वो हाथी वो घोड़े दौड़ते पता किवें सन? कोट तुरंग कुरंग सकूदत। कुरंग कहते ने हरन, धरती ते सब तो तेज हिरन दौड़दा है। और बादशाह जिन्हां दे घोड़े हिरना नालों भी तेज दौड़ते सन। कोट तुरंग कुरंग सकूदत।
ਤੇ ਕਲਗੀ ਵਾਲੇ ਕਹਿਣ ਲੱਗੇ ਹਿਰਨਾਂ ਦੀ ਕੀ ਗੱਲ ਕਰਨੀ ਆ, ਮੈਂ ਦੇਖਿਆ ਹੀ ਕਿ ਪੌਣ ਕੇ ਗੌਨ ਕੋ, ਪੌਣ ਹਵਾ, ਗੌਨ ਚਾਲ, ਉਹ ਘੋੜੇ ਜਿਹੜੇ ਹਵਾ ਦੀ ਚਾਲ ਨੂੰ ਵੀ ਮਾਤ ਪਾ ਦਿੰਦੇ ਸਨ। ਪੌਣ ਕੇ ਗੌਨ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਬਿਦ। ਮਹਾਰਾਜ ਕਹਿਣ ਲੱਗੇ ਮੈਂ ਰਾਜੇ ਦੇਖੇ ਜਿਨ੍ਹਾਂ ਦੀਆਂ ਬਾਹਾਂ ਵਿੱਚ ਬੜੀ ਤਾਕਤ ਸੀ, ਬੜੀ ਤਾਕਤ ਸੀ। ਭਾਰੀ ਭੁਜਾਨ ਕੇ ਭੂਪ, ਭੂਪ ਕਹਿੰਦੇ ਨੇ ਰਾਜੇ ਭਲੀ ਬਿਦ। ਮੈਂ ਚੰਗਿਆਂ ਤਰੀਕੇ ਨਾਲ ਘੋਖ ਵਿਚਾਰ ਕੇ ਦੇਖਿਆ ਹੀ ਕਿ ਜਦ ਅਜਿਹੇ ਘੋੜਿਆਂ ਹਾਥੀਆਂ ਦੇ ਮਾਲਕ ਰਾਜੇ ਆਪਣੇ ਘਰਾਂ ਵਿੱਚੋਂ ਨਿਕਲਦੇ ਸਨ, ਨਿਆਬਤ ਸੀਸ, ਉਹਨਾਂ ਨੂੰ ਕਿੰਨੇ ਲੋਕ ਸੀਸ ਝੁਕਾਉਂਦੇ ਸਨ, ਗਿਣਤੀ ਮਿਣਤੀ ਨਹੀਂ ਸੀ। ਅਸੀਂ ਕਿਹੜੀ ਬਾਗ ਦੀ ਮੂਲੀ ਹਾਂ। ਬੰਦਾ 4 ਦਿਨ ਕਿਤੇ ਗੁਰਦੁਆਰੇ ਸੇਵਾ ਕਰਨ ਲਈ ਸਮਝਦਾ ਵੀ ਮੇਰਾ ਵੀ ਹੁਣ ਹਿੱਸਾ ਸੀਸ ਗੰਜ ਸਾਹਿਬ ਵਿੱਚ, ਹੋਰ ਨਹੀਂ ਕਿਤੇ ਤੇ ਸਟਾਪ 'ਤੇ ਜਾ ਕੇ ਰੋਬ ਪਾਉਂਦਾ ਹੀ ਨਾ, 1 ਨੰਬਰ 'ਚ ਜਾ ਕੇ ਤੇ ਰੋਬ ਪਾਏਗਾ ਹੀ ਨਾ। ਭਾਈ ਜੀ ਤੁਹਾਨੂੰ ਪਤਾ ਨਹੀਂ ਕੀ ਹੋ ਰਿਹਾ, ਤੁਹਾਨੂੰ ਪਤਾ ਨਹੀਂ ਉੱਥੇ ਗੰਦ ਪਿਆ, ਤੂੰ ਸਾਫ਼ ਕਰ ਦੇ। ਉਹ ਤੇ ਅੰਦਰ ਬੈਠੇ ਨੇ, ਗੁਨਾਹਗਾਰ ਤੂੰ ਹੈ ਜੋ ਦੇਖ ਕੇ ਆਇਆ। ਸਤਿਗੁਰੂ ਕਹਿ ਲਗੇ ਤੂੰ ਕੀ ਆ ਬੰਦਿਆ, ਮੈਂ ਕਰੋੜਿਆਂ ਘੋੜਿਆਂ ਦੇ ਮਾਲਕ ਦੇਖੇ ਨੇ। ਕੋਟ ਤੂੰ ਰੰਗ ਕੋ ਰੰਗ ਸਕੂਦਤ ਪੌਨ ਕੇ ਗੌਨ ਕੋ ਜਾਤਨ ਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਬਿਦ। ਨਿਆਵਤ ਸੀਸ ਨਾ ਜਾਤ ਵਿਚਾਰੇ, एते भये तो कहाँ पे भूपत अंत को नांगे ही। सारे पढ़ो, अंत को नांगे ही पाए पधारे। महाराज कह लगे अजही ऐशो इशरत दे मालक मैं अंत नूं नंगे जांदे देखे ने। साथ न चालै बिन भजन। कह लगे वाहिगुरु जी दे नाम नूं सिमर, राम सिमर, यह है तेरा काज है। मैं तुहानू बेनती करा गुरु प्यारिओ, 8 घंटे दुकान ते बैठ के आयो, 10 घंटे दुकान ते बैठ के आयो, एक तजर्बा करके देख लो। 1 हफ्ता दुकान ते जान तो जो जाके आ जाओ, रात वक्त शाम वक्त जदों भी 8 घंटे दुकान ते बैठ के आयो तो अद्धा घंटा 20 मिनट तो लैके अद्धा घंटा मूल मंत्र ते गुरमंत्र का अभ्यास करके देखियो। मैं दावे नाल कह सकदा इन्ना सुख 8 घंटे जिहड़ी दौलत कमाई उहदे विच नहीं होएगा जो अद्धे घंटे दे सिमरन विच होएगा। एवें तो नहीं महाराज ने कहा जो सुख प्रभ गोबिंद की सेवा। मैं ये भी गल कह सकदा घंटा कथा कर लीए ना वो रस नहीं जिउंदा जो 15 मिनट का मूल मंत्र ते गुरमंत्र के अभ्यास विचों। ये कमर्शियल है, मैनू खिमा करो, असी लोग कमर्शियल, मैं मनदा पे असी कमर्शियल हाँ, साडी ये रोजी रोटी है। पर प्यारिओ रोजी रोटी भी बंदा अपनी ईमानदारी नाल ते कमाए ना। संगत जो लैन आउंदी है, मेरे पिता जी ने मैनू गल समझाई सी कि संगत तो साडी परिवारां दी रोजी रोटी चलती है, तो जो संगत तुहाडे कोल लैन आउंदी है ना उन्होंने कदी निराश ना मोड़ियो। रस वाला कीर्तन करो, रसदाई कथा करो, कम से कम अपनी ड्यूटी तो ईमानदारी नाल करो ना, धर्म के स्थान ते ईमानदारी नाल करो ना। बाबा जी कह लगे तेरे नाल बंदिया कुछ नहीं हो जाना है, माया सवाह लगेगी तेनू एक दिन। हर हर नाम कमावना, कमाई करनी ते हरी दी नाम दी कर, परोपकार दी कर। नानक ए तन सार, सार मीनिंग श्रेष्ठ। देखो सार शब्द बड़ी बार महाराज ने वरत्या। असंग सूर, मोह पक सार, उत्थे भी शब्द सार आ, ससे कन्ना रारा सार आ, इत्थे भी ससे कन्ना रारा सार आ। उत्थे सार दा अर्थ है लोहा, इत्थे सार दा अर्थ है श्रेष्ठ। मैन के दंत क्यों खाइए सार, सार संभाले
ਉੱਥੇ ਵੀ ਸ਼ਬਦ ਸਾਰ ਹੈ, ਪਰ ਉੱਥੇ ਸਾਰ ਦਾ ਅਰਥ ਨਾ ਲੋਹਾ ਨਾ ਸ੍ਰੇਸ਼ਟ, ਸਾਰ ਮੀਨਿੰਗ ਸਾਰਿਆਂ ਦੀ, ਇੱਕ ਹੀ ਸ਼ਬਦ ਗੁਰੂ ਸਾਹਿਬਾਨਾਂ ਨੇ ਬਹੁ ਅਰਥਾਂ ਵਿੱਚ ਵਰਤਿਆ ਹੈ। ਪਰਮਾਤਮਾ ਦਾ ਨਾਮ ਸ੍ਰੇਸ਼ਟ ਹੈ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਸੰਤ ਮਿਲੈ ਕਿ ਸੁਣੀਐ ਕਹੀਐ। ਰੱਬ ਦਾ ਪਿਆਰਾ ਮਿਲੇ ਤੇ ਕੁਝ ਸੁਣੀ, ਤੇ ਸੁਣਨ ਤੋਂ ਬਾਅਦ ਆਪਣੇ ਮਨ ਦੇ ਵਲਵਲੇ ਕਹੀਂ। ਮਿਲੈ ਅਸੰਤ ਮਸਤ ਕਰ ਰਹੀ ਹੈ। ਰੱਬ ਤੋਂ ਟੁੱਟਾ ਮਿਲ ਜਾਏ ਨਾ ਤੇ ਚੁੱਪ ਕੀਤਾ ਰਹੇ। ਰੱਬ ਤੋਂ ਟੁੱਟਾ ਆਦਮੀ ਪਤਾ ਕਿੱਦਾਂ ਦਾ ਜੇ, ਨਾ ਉਹਦੇ ਨਾਲ ਮਿੱਤਰਤਾ ਰੱਖੋ ਨਾ ਦੋਸਤੀ, ਦੂਰ। ਭਾਈ ਗੁਰਦਾਸ ਸਾਹਿਬ ਨੇ ਇੱਕ ਉਦਾਹਰਣ ਦਿੱਤੀ ਹੈ, ਕੋਲਾ ਸੀਤਲ ਕਰ ਕਰਤ ਸ਼ਿਆਮ ਗਹਿ। ਅਗਰ ਪਿਆਰਿਆ ਕੋਲਾ ਠੰਡਾ ਪਕੜੇਗਾ ਤਾਂ ਵੀ ਮਾੜਾ ਹੀ, ਉਹ ਗਰਮ ਪਕੜੇਗਾ ਤਾਂ ਵੀ ਮਾੜਾ ਹੀ। ਕੋਲਾ ਸੀਤਲ ਕਰ ਕਰਤ श्याम गह, परस तपत पर दगद करत है। कूकर के चाटत कलेवरे लागै छोट, हलकाया कुत्ता कट दे तामी माड़ा जे, कट दे तामी माड़ा जे। कूकर के चाटत कलेवरे लागै छोट, काटत शरीर पीर धीर न धरत है। फुटत जो गागर परत ही पखान पर। सवाल ये नहीं है कि गागर पत्थर ते डिगी के पत्थर गागर ते डिगा, नुकसान किहदा होना। कच दी गागर है, चाहे उन्नू पत्थर ते सुट दो ते चाहे पत्थर नू गागर ते सुट दो, नुकसान किहदा होना। जिहड़ा असंत आदमी है उन्नू कोई नुकसान नहीं जे हुंदा। कोले नू काहदा नुकसान है, की होएगा, की कर लोगे उहदा। नुकसान तो चिट्टे कपड़ियां दा भी दाग ना लग जाए। संत मिले किस सुनिए कहिए, संत जना मिल करो विचार, एक सिमर नाम आधार। संतां नाल बैठ के ये विचार करके एक परमात्मा दे नाम नू सिमर ते एक परमात्मा दे नाम नू अपनी जिंदगी दा आसरा बना, आसरा बना परमात्मा दे नाम। कबीर जी का एक बचन पढ़ो, फरमान तेरा सिरै उपर फिरना करत विचार। जिहड़ा हुक्म हुंदा ना, उहदे ते विचार नहीं जे हुंदी। हुक्म हुक्म ही आ, वो टल हुंदा है। कहन लगे तेरा फरमान मेरे सिर दे उपर है, मैं इहदे ते विचार नहीं कर रहा भी ठीक है जां गलत है, तू कहता कहता। फरमान तेरा सिरै उपर फिरता करत विचार, तू ही दरिया तू ही करिया तुझे ते निस्तार। साहिब रोशतरों के प्यार, नाम तेरा आधार मेरा। कहने लगे तेरा नाम मेरा आधार है। भाई गुरदास साहब जी का एक बचन है, मीने निवास नीर बालक आधार कीर, सरपै सखा समीर जीवन कै जानी। मछली का आधार की है, पानी, जी सकती पानी बिना। बालक आधार, बालक का आधार आसरा की दुध, दुध बिना जी सकता है, रोटी खा नहीं सकता, दुध उन्होंने मिले तो मर जाएगा ना, भुखा मर जाएगा ना। मीने निवास नीर बालक आधार कीर, सरपै सखा समीर। जिहड़ा सप है ना, ਇਹਦਾ आसरा है हवा। रब ने हवा पैदा की है ना। कह लगे जिवें सप का आसरा हवा, बालक का आसरा दुध, ते मच्छी का आसरा पानी है। परमात्मा तेरा नाम भी मेरा आसरा ही है। हो सकता है बालक दुध बिना कुछ दिन जींदा रह जाए, पर मैं तेरे नाम तो बिना जींदा नहीं रह सकता। मरणं विसरणं गोबिंद गाथा, रब नू विसर जाना मौत है। जीवनं नाम ध्यावना, आखा जीवा साचा नाम मेरा आधारो। ते सतगुरु कहन लगे ए सिंगर नाम आधार, अवर उपाव सब मीत बसारो। ओ मित्र होर सब उपाव त्याग दे, सब पासे छड्ड दे। कर पता कि चरण कमल रिद मैं उर धारो। प्रभु दे चरण कमल हिरदे विच धारण करन। कबीर जी का बचना, नैन निहारो तुझको, रब जी अखां नाल मैं तैनू देखदा। सरवण सुनो तो ना, कन्ना लाल मैं वाहिगुरु जी तेरा नाम सुनदा वां।
ਬੈਣ ਉਚਰੋ ਤੋ ਨਾਮ ਜੀ, ਬੋਲਦਾ ਤੇ ਤੇਰੇ ਨਾਮ ਨੂੰ ਬੋਲਦਾ। ਤੇ ਪੁੱਛਿਆ ਕਬੀਰ ਜੀ ਇਹ ਤੇ ਇੰਦਰੀਆਂ ਦੀ ਗੱਲ ਹੋ ਗਈ, ਅੱਖਾਂ ਦੀ ਗੱਲ ਹੋ ਗਈ, ਜ਼ੁਬਾਨ ਦੀ, ਕੰਨਾਂ ਦੀ ਗੱਲ ਹੋ ਗਈ, ਹਿਰਦੇ ਦਾ ਕੀ ਹਾਲ ਹੈ? ਕਹਿਣ ਲੱਗੇ ਚਰਨ ਕਮਲ ਰਿੱਧ ਠਾਉ, ਮੇਰੇ ਹਿਰਦੇ ਅੰਦਰ ਪ੍ਰਭੂ ਚਰਨ ਕਮਲਾਂ ਦੀ ਜਗ੍ਹਾ ਹੈ, ਅੰਦਰ ਮੇਰੇ ਪ੍ਰਭੂ ਦੇ ਚਰਨ ਕਮਲ ਬਸੇ ਨੇ। ਪੁੱਛਿਆ ਕਬੀਰ ਜੀ ਆਨੰਦ ਕੈਸਾ? ਕਹਿ ਲਗੇ ਚਰਨ कमल की मौज को कहो कैसे अनुमान, कहबे को शोभा नहीं देखा ही परवान। ਤੇ ਪੁੱਛਿਆ ਕਬੀਰ ਜੀ ਤੁਸੀਂ ਤੇ ਚਰਨ ਕਮਲਾਂ ਦਾ ਆਨੰਦ ਵੇਖ ਲਿਆ ਨਾ, ਹੁਣ ਦੱਸੋ। ਕਹਿ ਲਗੇ ਕਬੀਰ ਦੇਖ ਕੇ ਕਹੇ ਕਹੋ, ਕਹੇ ਨਾ ਕੋ ਪਤਿਆਏ, ਹਰ ਜੈਸਾ ਤੈਸਾ ਉਹੀ। ਚਰਨ ਕਮਲ ਦੀ ਮੌਜ ਦਾ ਬਿਆਨ ਆਨੰਦ ਨਹੀਂ ਕੀਤਾ ਜਾ ਸਕਦਾ। ਚਰਨ ਕਮਲ ਰਿਦ ਮੈਂ ਉਰ ਧਾਰੋ, ਕਰਨ ਕਾਰਨ ਸੋ ਪ੍ਰਭ ਸਮਰੱਥ। ਪਰਮਾਤਮਾ ਆਪ ਕਰਨ ਦੇ ਸਮਰੱਥ ਹੈ ਤੇ ਜੀਵਾਂ ਕੋਲ ਸਭ ਕੁਝ ਕਰਾਉਣ ਦੀ ਸਮਰੱਥਾ ਰੱਖਦਾ ਹੈ। ਪਰਮਾਤਮਾ ਜਿਸ ਜੀਵ ਕੋਲੋਂ ਜੋ ਚਾਹੇ ਕਰਾ ਸਕਦਾ ਜੀ। ਕਰਨ ਆਪ ਕਰਨ ਦੇ ਤੇ ਕਾਰਨ ਕਰਾਉਣ ਦੇ। ਪਰਮਾਤਮਾ ਸਮਰੱਥ ਹੈ। ਦ੍ਰਿੜ ਕਰ ਗਹੋ ਨਾਮ ਹਰ ਵਤ, ਹਰੀ ਦੇ ਨਾਮ ਦੀ ਵਸਤੂ ਪਰਮਾਤਮਾ ਦਾ ਨਾਮ ਪੱਕਾ ਕਰਕੇ ਪੱਕ ਲੈ, ਨੂੰ ਛੱਡ ਨਾ। ਤੇਰਾ ਕੋਈ ਤਨ ਚੀਰ ਦੇ, ਦੋ ਟੁਕੜੇ ਕਰ ਦੇ, ਤੇਰੇ ਕੋਲ ਕੋਈ ਜਪਜੀ ਨਾ ਛਡਾ ਸਕੇ। ਇਹ ਤਨ ਸੰਚੋ ਹੋਵੋ ਭਗਵੰਤ। ਭਗਵੰਤ ਦਾ ਅਰਥ ਹੁੰਦਾ ਭਾਗਵਾਨ। ਸੇ ਭਗਵੰਤ ਭਾਗਟ ਹਰ ਨਾਏ। ਉਹ ਭਾਗਵਾਨ ਹੁੰਦੇ ਨੇ ਜਿਹੜੇ ਹਰੀ ਦੇ ਨਾਮ ਧਨ ਨੂੰ ਸੰਚਦੇ ਨੇ। ਸੰਤ ਜਨਾਂ ਕਾ ਨਿਰਮਲ ਮੰਤ। ਰੱਬ ਦਿਆਂ ਪਿਆਰਿਆਂ ਦਾ ਜਿਹੜਾ ਮੰਤਰ ਹੈ ਬੜਾ ਪਵਿੱਤਰ ਹੁੰਦਾ। ਉਪਦੇਸ਼ ਪਵਿੱਤਰ 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 ਉਪਦੇਸ਼ ਉਹ ਪਵਿੱਤਰ ਕਰ ਦਿੰਦੇ ਨੇ। ਏਕ ਆਸ ਰਾਖੋ ਮਨ ਮਾਹੇ, ਸਰਵ ਰੋਗ ਨਾਨਕ ਮਿਟ ਜਾਹੇ। ਹੇ ਭਾਈ ਇੱਕ ਪਰਮਾਤਮਾ ਦੀ ਆਸ ਮਨ ਵਿੱਚ ਰੱਖ, ਤੇਰੇ ਸਾਰੇ ਤਰ੍ਹਾਂ ਦੇ ਰੋਗ ਮਿਟ ਜਾਣਗੇ। ਇੱਕ ਪਰਮਾਤਮਾ ਦੀ ਆਸ ਮਾਨਸਿਕ ਸਰੀਰਕ ਬੌਧਿਕ ਆਦਿ ਵਿਆਦ ਉਪਾਦ ਦੇ ਰੋਗ ਮਿਟਾ ਦਿੰਦੀ ਹੈ। ਇੰਨੇ ਕੁ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਮੁਆਫ ਕਰਨੀਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗ੍ਰੰਥ ਸਾਹਿਬ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਮਾਨਯੋਗ ਸਨਮਾਨਯੋਗ ਪੰਥ ਦੇ ਮਹਾਨ ਕਥਾਵਾਚਕ ਸਿੰਘ ਸਾਹਿਬ ਹੈਡ ਗ੍ਰੰਥੀ ਗਿਆਨੀ ਹਰਨਾਮ ਸਿੰਘ ਜੀ, ਜਿਨ੍ਹਾਂ ਦੀ ਸ਼ਖਸੀਅਤ ਕਿਸੇ ਪ੍ਰੀਚਿਆ ਦੀ ਮੁਹਤਾਜ ਨਹੀਂ ਹੈ, ਤਿੰਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ